Good morning, students. Welcome to Krypton Academy of Chemistry. ਆਮ ਸਾਹਿਲ ਲਾਸਟ ਟਾਈਮ ਮੈਂ ਤੁਹਾਨੂੰ ਐਟੋਮਿਕ ਮਾਸ, ਮੋਲੀਕੂਲਰ ਮਾਸ ਐਂਡ ਫਾਰਮੂਲਾ ਮਾਸ ਕਰਵਾਇਆ ਸੀ। ਅੱਜ ਦਾ ਆਪਣਾ ਟੌਪਿਕ ਹੈ ਮੋਲ ਕਨਸੈਪਟ। ਹੁਣ ਦੇਖੋ, ਇਸ ਨੂੰ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਤੁਹਾਨੂੰ ਸਭ ਨੂੰ ਪਤਾ ਹੈ ਕਿ ਬਨਾਨਾਸ ਨੂੰ ਕਾਊਂਟ ਕਰਨ ਦੇ ਲਈ ਆਪਾਂ ਕਿਹੜਾ ਵਰਡ ਯੂਜ਼ ਕਰਦੇ ਹਾਂ? ਡਜ਼ਨ। ਐਂਡ ਸਿਮਿਲਰਲੀ ਐਕਸ ਨੂੰ ਕਾਊਂਟ ਕਰਨ ਦੇ ਲਈ ਕਿਹੜਾ ਵਰਡ ਯੂਜ਼ ਕਰਦੇ ਹਾਂ ਆਪਾਂ? ਡਜ਼ਨ। ਠੀਕ ਹੈ। ਬੋਟਲਸ ਨੂੰ ਕਾਊਂਟ ਕਰਨ ਦੇ ਲਈ ਆਪਾਂ ਕਿਹੜਾ ਵਰਡ ਯੂਜ਼ ਕਰਦੇ ਹਾਂ? ਕੇਸ। ਹੁਣ ਤੁਹਾਨੂੰ ਸਭ ਨੂੰ ਪਤਾ ਹੈ ਕਿ ਇੱਕ ਡਜ਼ਨ ਦੇ ਵਿੱਚ ਕਿੰਨੇ ਨੰਬਰ ਹੁੰਦੇ ਹੈ? 1 ਡਜ਼ਨ ਇਜ਼ ਇਕੁਅਲ ਟੂ 12। ਕਿ 1 ਡਜ਼ਨ ਕਿਸ ਦੇ ਇਕੁਅਲ ਹੁੰਦਾ ਹੈ? 12 ਦੇ। ਠੀਕ ਹੈ। ਅਤੇ 1 ਕੇਸ ਜਿਹੜਾ ਕੋਲਡ ਡਰਿੰਕ ਦੀ ਬੋਟਲਸ ਵਾਲਾ ਕੇਸ ਹੁੰਦਾ, ਉਸ ਵਿੱਚ ਕਿੰਨੀ ਕੋਲਡ ਡਰਿੰਕਸ ਹੁੰਦੀਆਂ? 24। ਠੀਕ ਹੈ। ਇੱਕ ਤੁਸੀਂ ਫੋਟੋ ਕਾਪੀ ਵਾਲਾ ਪੈਕੇਟ ਦੇਖਿਆ ਹੋਊਗਾ, ਉਹਨਾਂ ਪੇਜਿਸ ਨੂੰ ਕਾਊਂਟ ਕਰਨ ਦੇ ਲਈ ਆਪਾਂ ਕੀ ਵਰਡ ਯੂਜ਼ ਕਰਦੇ ਹਾਂ? ਰਿਮ। ਇੱਕ ਰਿਮ ਦੇ ਅੰਦਰ ਕਿੰਨੇ ਪੇਜਿਸ ਹੁੰਦੇ ਹੈ? 500। ਹੁਣ ਦੇਖੋ, ਬਨਾਨਾਸ ਨੂੰ ਕਾਊਂਟ ਕਰਨ ਲਈ ਆਪਾਂ ਵਰਡ ਯੂਜ਼ ਕਰ ਰਹੇ ਹਾਂ ਡਜ਼ਨ। ਕੋਲਡ ਡਰਿੰਕਸ ਨੂੰ ਕਾਊਂਟ ਕਰਨ ਲਈ ਆਪਾਂ ਵਰਡ ਯੂਜ਼ ਕਰ ਰਹੇ ਹਾਂ ਕੇਸ। ਐਵੇਂ ਪੇਜਿਸ ਨੂੰ ਕਾਊਂਟ ਕਰਨ ਲਈ ਆਪਾਂ ਕਿਹੜਾ ਵਰਡ ਯੂਜ਼ ਕਰ ਰਹੇ ਹਾਂ? ਰਿਮ। ਇੱਕ ਡਜ਼ਨ ਕਿਸ ਦੇ ਇਕੁਅਲ ਹੈ? 12 ਦੇ। ਇੱਕ ਕੇਸ ਕਿਸ ਦੇ ਇਕੁਅਲ ਹੈ? 24 ਦੇ। ਅਤੇ 1 ਰਿਮ ਕਿਸ ਦੇ ਇਕੁਅਲ ਹੈ? 500 ਦੇ। ਹੁਣ ਦੇਖੋ, ਜਿਹੜੇ ਕੁਆਂਟੀਟੀਜ਼ ਨੇ ਲਿਮਿਟਡ ਨੇ, ਬਨਾਨਾਸ ਵੀ ਕਿਨੇ ਲਿਮਿਟਡ। ਅਗਰ ਆਪਾਂ ਮਾਰਕੀਟ ਦੇ ਵਿੱਚ ਬਨਾਨਾ ਪਰਚੇਸ ਕਰਨ ਜਾਂਦੇ ਹਾਂ ਤਾਂ ਆਪਾਂ ਕੀ ਬੋਲਦੇ ਹਾਂ? 1 ਡਜ਼ਨ ਬਨਾਨਾ ਦੇ ਦਿਓ, 2 ਡਜ਼ਨ ਬਨਾਨਾ ਦੇ ਦਿਓ। ਬਟ ਜਿਹੜੇ ਐਟਮਸ ਅਤੇ ਮੋਲੀਕਿਊਲਸ ਨੇ, ਇਹਨਾਂ ਦੀ ਅਮਾਊਂਟ ਕਾਫੀ ਜ਼ਿਆਦਾ ਹੈ। ਐਟਮਸ ਅਤੇ ਮੋਲੀਕਿਊਲਸ ਦੀ, ਇਲੈਕਟ੍ਰੋਨਸ ਦੀ, ਪ੍ਰੋਟੋਨਸ ਦੀ, ਇਹਨਾਂ ਦੀ ਅਮਾਊਂਟ ਕੀ ਹੈ? ਕਾਫੀ ਜ਼ਿਆਦਾ ਹੈ। ਇਹ ਪਾਰਟੀਕਲਸ ਕੀ ਨੇ? ਮਾਈਕਰੋਸਕੋਪਿਕ ਨੇ, ਕਾਫੀ ਛੋਟੇ ਨੇ। ਅਮਾਊਂਟ ਦੇ ਵਿੱਚ ਵੀ ਕੀ ਨੇ? ਕਾਫੀ ਜ਼ਿਆਦਾ ਨੇ। ਤਾਂ ਇਹਨਾਂ ਪਾਰਟੀਕਲਸ ਨੂੰ ਕਾਊਂਟ ਕਰਨ ਦੇ ਲਈ ਆਪਾਂ ਕੀ ਵਰਡ ਯੂਜ਼ ਕਰਦੇ ਹਾਂ? ਮੋਲ। ਠੀਕ ਹੈ। ਕੀ ਵਰਡ ਯੂਜ਼ ਕਰਦੇ ਹਾਂ ਆਪਾਂ? ਮੋਲ। ਤਾਂ ਮੋਲ ਯੂਜ਼ ਕਿੱਥੇ ਜਾਂਦਾ ਹੈ? ਫॉर ਡਿਟਰਮਿਨਿੰਗ ਦ ਅਮਾਊਂਟ ਆਫ ਸਬਸਟਾਂਸ। ਹੁਣ ਦੇਖੋ, ਆਪਾਂ ਨੂੰ ਪਤਾ ਹੈ ਕਿ 1 ਡਜ਼ਨ ਇਜ਼ ਇਕੁਅਲ ਟੂ 12। ਅਗਰ ਇੱਕ ਦਰਜਨ ਇਕੁਅਲ ਹੈ 12 ਦੇ, ਤਾਂ ਇੱਕ ਮੋਲ ਕਿਸ ਚੀਜ਼ ਦੇ ਇਕੁਅਲ ਹੈ? ਇੱਕ ਦਰਜਨ ਕਿਸ ਦੇ ਇਕੁਅਲ ਹੈ? 12 ਪਾਰਟੀਕਲਸ ਦੇ। ਤਾਂ ਇੱਕ ਮੋਲ ਕਿਸ ਦੇ ਇਕੁਅਲ ਹੁੰਦਾ ਹੈ? 1 ਮੋਲ ਇਜ਼ ਇਕੁਅਲ ਟੂ ਐਵੋਗੈਡਰੋ ਨੰਬਰ ਆਫ ਪਾਰਟੀਕਲਸ। ਇੱਕ ਮੋਲ ਕਿਸ ਦੇ ਇਕੁਅਲ ਹੁੰਦਾ ਹੈ? ਐਵੋਗੈਡਰੋ ਨੰਬਰ ਆਫ ਪਾਰਟੀਕਲ। ਅਤੇ ਇੱਕ ਐਵੋਗੈਡਰੋ ਨੰਬਰ ਕਿਸ ਦੇ ਇਕੁਅਲ ਹੁੰਦਾ ਹੈ? 6.022 ਇੰਟੂ 10⁻23। ਤਾਂ ਇੱਕ ਮੋਲ ਦੇ ਵਿੱਚ ਕਿੰਨੇ ਪਾਰਟੀਕਲ ਹੁੰਦੇ ਆ? 6.022 ਇੰਟੂ 10⁻23। ਤਾਂ ਆਪਾਂ ਕੀ ਬੋਲ ਸਕਦੇ ਹਾਂ? ਮੋਲ ਇਜ਼ ਏ ਕਲੈਕਸ਼ਨ ਆਫ 6.022 ਇੰਟੂ 10⁻23 particles, और ਮੋਲ ਇਜ਼ ਏ ਕਲੈਕਸ਼ਨ ਆਫ ਐਵੋਗੈਡਰੋ ਨੰਬਰ। ਇਸ ਨੰਬਰ ਨੂੰ ਆਪਾਂ ਐਵੋਗੈਡਰੋ ਨੰਬਰ ਕੋ ਬੋਲਦੇ ਹਾਂ, ਕਿਉਂਕਿ ਐਵੋਗੈਡਰੋ ਨੰਬਰ ਦੀ ਡਿਸਕਵਰੀ ਇੱਕ ਸਾਇੰਟਿਸਟ ਨੇ ਕੀਤੀ ਸੀ, ਜਿਸ ਦਾ ਨਾਮ ਸੀ ਅਮੈਡਿਓ ਐਵੋਗੈਡਰੋ। ਜਿਸ ਦਾ ਕੀ ਨਾਮ ਸੀਗਾ? ਅਮੈਡਿਓ ਐਵੋਗੈਡਰੋ। ਇਸ ਨੇ ਡਿਸਕਵਰੀ ਕੀਤੀ ਸੀ ਮੋਲ ਦੀ, ਐਵੋਗੈਡਰੋ ਨੰਬਰ ਦੀ। ਤਾਂ ਉਸਦੇ ਨਾਮ 'ਤੇ ਕੀ ਪੈ ਗਿਆ? ਐਵੋਗੈਡਰੋ ਨੰਬਰ। ਹੁਣ ਦੇਖੋ, ਤੁਹਾਨੂੰ ਪਤਾ ਲੱਗ ਗਿਆ ਕਿ ਇੱਕ ਮੋਲ ਦੇ ਵਿੱਚ ਕਿੰਨੇ ਪਾਰਟੀਕਲ ਹੁੰਦੇ ਆ? 6.022 ਇੰਟੂ 10⁻23 ਪਾਰਟੀਕਲਸ। ਹੁਣ ਅਗਰ ਮੈਂ ਜਦੋਂ ਵਰਡ ਬੋਲੂੰਗਾ ਪਾਰਟੀਕਲਸ, ਪਾਰਟੀਕਲ ਦਾ ਮਤਲਬ ਐਟਮਸ ਵੀ ਹੋ ਸਕਦੇ ਹੈ, ਮੋਲੀਕਿਊਲਸ ਵੀ ਹੋ ਸਕਦੇ ਹੈ, ਆਇਨਸ ਵੀ ਹੋ ਸਕਦੇ ਹੈ, ਇਲੈਕਟ੍ਰੋਨਸ ਵੀ ਹੋ ਸਕਦੇ ਹੈ, ਅਤੇ ਪ੍ਰੋਟੋਨਸ, ਨਿਊਟਰੋਨਸ ਵੀ ਹੋ ਸਕਦੇ ਹੈ। ਠੀਕ ਹੈ। ਅਗਰ ਮੈਂ ਤੁਹਾਨੂੰ ਪੁੱਛਾਂ ਕਿ ਅਗਰ ਮੇਰੇ ਕੋਲ 1 ਮੋਲ ਇਲੈਕਟ੍ਰੋਨ ਨੇ, ਤਾਂ ਇਸ ਦਾ ਮਤਲਬ ਮੇਰੇ ਕੋਲ ਕਿੰਨੇ ਇਲੈਕਟ੍ਰੋਨ ਨੇ? ਅਗਰ ਮੈਂ ਤੁਹਾਨੂੰ ਕਹਾਂ ਮੇਰੇ ਕੋਲ ਕਿੰਨੇ ਇਲੈਕਟ੍ਰੋਨ ਨੇ? 1 ਮੋਲ ਇਲੈਕਟ੍ਰੋਨ ਨੇ, ਤਾਂ ਇਹਦਾ ਮਤਲਬ ਮੇਰੇ ਕੋਲ ਕਿੰਨੇ ਇਲੈਕਟ੍ਰੋਨ ਨੇ? ਐਵੋਗੈਡਰੋ ਨੰਬਰ ਆਫ ਇਲੈਕਟ੍ਰੋਨਸ। ਅਗਰ ਮੈਂ ਕਹਾਂ ਮੇਰੇ ਕੋਲ 1 ਮੋਲ ਸੋਡੀਅਮ ਆਇਨਸ ਨੇ, ਮੇਰੇ ਕੋਲ ਕੀ ਹੈ? 1 ਮੋਲ ਕੀ ਨੇ? ਸੋਡੀਅਮ ਆਇਨਸ ਨੇ। ਤਾਂ ਇਹਦਾ ਮਤਲਬ ਕੀ ਹੈ? ਮੇਰੇ ਕੋਲ ਕਿੰਨੇ ਨੇ?
ਐਵੋਗੈਡਰੋ ਨੰਬਰ ਆਫ ਸੋਡੀਅਮ ਆਇਨ। ਸਿੰਪਲੀ ਮਲਟੀਪਲਾਈ ਕਰ ਦਿਓ ਐਵੋਗੈਡਰੋ ਦੇ ਨੰਬਰ ਦੇ ਨਾਲ ਤੇ ਆਪਾਂ ਨੂੰ ਪਤਾ ਲੱਗ ਜੂਗਾ ਕਿੰਨੇ ਸੋਡੀਅਮ ਆਇਨਸ ਨੇ। ਅਗਰ ਮੈਂ ਤੁਹਾਨੂੰ ਕਹਾਂ ਮੇਰੇ ਕੋਲ 1 ਮੋਲ ਹਾਈਡਰੋਜਨ ਮੋਲੀਕਿਊਲਸ ਨੇ ਤੇ ਇਹਦਾ ਮਤਲਬ ਮੇਰੇ ਕੋਲ ਕਿੰਨੇ ਮੋਲੀਕਿਊਲਸ ਨੇ, ਐਵੋਗੈਡਰੋ ਨੰਬਰ ਇਨਟੂ ਹਾਈਡਰੋਜਨ ਮੋਲੀਕਿਊਲਸ। ਠੀਕ ਹੈ, ਸਿੰਪਲੀ ਐਵੋਗੈਡਰੋ ਨੰਬਰ ਨਾਲ ਕੀ ਕਰ ਦਾਂਗੇ ਆ ਮਲਟੀਪਲਾਈ ਤੇ ਆਪਣੇ ਕੋਲ ਕੀ ਆ ਜਾਣਗੇ ਹਾਈਡਰੋਜਨ ਮੋਲੀਕਿਊਲਸ। ਬਟ ਪੇਪਰ ਦੇ ਵਿੱਚ ਐਗਜ਼ਾਮੀਨਰ ਤੁਹਾਨੂੰ ਕੀ ਪੁੱਛ ਸਕਦਾ ਹੈ ਕਿ ਤੁਹਾਡੇ ਕੋਲੇ 1 ਮੋਲ ਹਾਈਡਰੋਜਨ ਮੋਲੀਕਿਊਲਸ ਨੇ ਤਾਂ ਐਵੇਂ ਦੱਸੋ ਤੁਹਾਡੇ ਕੋਲੇ ਕਿੰਨੇ ਹਾਈਡਰੋਜਨ ਐਟਮ ਨੇ। 1 ਮੋਲ ਹਾਈਡਰੋਜਨ ਮੋਲੀਕਿਊਲ ਨੇ ਤਾਂ ਤੁਹਾਡੇ ਕੋਲ ਕਿੰਨੇ ਹਾਈਡਰੋਜਨ ਐਟਮ ਨੇ। ਇੱਕ ਹਾਈਡਰੋਜਨ ਮੋਲੀਕਿਊਲ 'ਚ ਕਿੰਨੇ ਐਟਮ ਹੁੰਦੇ ਆ, 2। ਤਾਂ 1 ਮੋਲ ਦੇ ਵਿੱਚ ਕਿੰਨੇ ਹਾਈਡਰੋਜਨ ਐਟਮ ਹੋਣਗੇ, 2 ਇੰਟੂ ਐਵੋਗੈਡਰੋ ਨੰਬਰ ਇੰਟੂ ਹਾਈਡਰੋਜਨ ਐਟਮਸ। ਸਿੰਪਲੀ ਆਪਾਂ ਹਾਈਡਰੋਜਨ ਮੋਲੀਕਿਊਲ ਨੂੰ ਤੋੜ ਲਿਆ ਐਟਮ ਦੇ ਵਿੱਚ, ਸਿੰਪਲੀ 2 ਨਾਲ ਕੀ ਕਰਤੀ ਆਪਾਂ ਮਲਟੀਪਲਾਈ ਕਰਤੀ। ਅਗਰ ਮੈਂ ਤੁਹਾਨੂੰ ਕਹਾਂ ਮੇਰੇ ਕੋਲੇ 1 ਮੋਲ ਫੈਰੀਕਲੋਰਾਈਡ ਮੋਲੀਕਿਊਲਸ ਨੇ ਤਾਂ ਇਸ ਦਾ ਮਤਲਬ ਕੀ ਹੈ ਕਿ ਮੇਰੇ ਕੋਲ ਕਿੰਨੇ ਨੇ, ਸਿੰਪਲੀ ਐਵੋਗੈਡਰੋ ਨੰਬਰ ਨਾਲ ਕੀ ਕਰ ਦੂੰਗਾ ਮੈਂ ਮਲਟੀਪਲਾਈ 1 ਮੋਲ ਨੂੰ ਤਾਂ ਮੇਰੇ ਕੋਲ ਕੀ ਆ ਜਾਊਗਾ ਨੰਬਰ ਆਫ ਪਾਰਟੀਕਲਸ ਆਫ ਮੋਲੀਕਿਊਲਸ ਆਫ ਫੈਰੀਕਲੋਰਾਈਡ। ਅਗਰ ਮੈਂ ਤੁਹਾਨੂੰ ਐਟਮ ਪੁੱਛਦਾ ਤਾਂ ਫੈਰੀਕਲੋਰਾਈਡ ਦੇ ਵਿੱਚ ਕਿੰਨੇ ਐਟਮ ਨੇ, 4। ਤਾਂ ਸਿੰਪਲੀ 4 ਨੂੰ ਮਲਟੀਪਲਾਈ ਕਰ ਦਿੰਦਾ ਐਵੋਗੈਡਰੋ ਨੰਬਰ ਦੇ ਨਾਲ ਤਾਂ ਮੇਰੇ ਕੋਲ ਆ ਜਾਂਦੇ ਨੰਬਰ ਆਫ ਐਟਮਸ ਇਨ 1 ਮੋਲ ਆਫ ਫੈਰਿਕ ਕਲੋਰਾਈਡ। ਠੀਕ ਹੈ, ਹੋਪ ਸੋ ਕਿ ਤੁਹਾਨੂੰ ਉਰੇ ਤੱਕ ਸਮਝ ਆ ਗਿਆ ਹੋਊਗਾ। ਠੀਕ ਹੈ, ਐਟਮ ਸੇ ਮੋਲੀਕਿਊਲ ਸਾਈਜ਼ ਦੇ ਵਿੱਚ ਕੀ ਹੁੰਦੇ, ਕਾਫੀ ਛੋਟੇ ਹੁੰਦੇ ਆ ਤੇ ਇਹਨਾਂ ਨੂੰ ਕਾਊਂਟ ਕਰਨ ਦੇ ਲਈ ਆਪਾਂ ਵਰਡ ਯੂਜ਼ ਕਰਦੇ ਆ ਮੋਲ। ਜਿਵੇਂ ਐਕਸ ਨੂੰ ਕਾਊਂਟ ਕਰਨ ਲਈ ਡਜ਼ਨ, ਬਨਾਨਾਸ ਨੂੰ ਕਾਊਂਟ ਕਰਨ ਲਈ ਡਜ਼ਨ, ਬੈਂਗਲਸ ਨੂੰ ਕਾਊਂਟ ਕਰਨ ਲਈ ਵੀ ਕੀ ਵਰਡ ਯੂਜ਼ ਕਰਦੇ ਆ ਆਪਾਂ ਡਜ਼ਨ। ਠੀਕ ਹੈ, ਬਟ ਮੋਲ ਉਦੋਂ ਯੂਜ਼ ਕੀਤੇ ਜਾਂਦਾ ਜਦੋਂ ਆਪਾਂ ਪਾਰਟੀਕਲਸ ਨੂੰ ਕਾਊਂਟ ਕਰਨਾ ਹੋਵੇ ਐਟ ਮਾਈਕਰੋਸਕੋਪਿਕ ਲੈਵਲ। ਤੁਹਾਨੂੰ ਇੰਨਾ ਕੁ ਮੈਂ ਦੱਸ ਚੁੱਕਿਆ। ਹੁਣ ਮੋਲ ਦੀ SI ਡੈਫੀਨੇਸ਼ਨ ਕੀ ਹੈ, ਜੋ ਆਪਣਾ ਮੋਲ ਹੈ ਉਸ ਦੀ SI ਡੈਫੀਨੇਸ਼ਨ ਕੀ ਹੈ। ਕਹਿੰਦੇ ਮੋਲ ਇਜ਼ ਅ ਡੈਟ ਮਾਸ ਆਫ ਸਬਸਟੈਂਸ। SI ਡੈਫੀਨੇਸ਼ਨ ਦੱਸ ਰਹੇ ਹਾਂ, ਮਤਲਬ ਇੰਟਰਨੈਸ਼ਨਲ ਸਿਸਟਮ ਆਫ ਯੂਨਿਟ ਕਿਹੜੀ ਡੈਫੀਨੇਸ਼ਨ ਬਣਦੀ ਹੈ ਮੋਲ ਦੀ। ਕਹਿੰਦੇ ਮੋਲ ਇਜ਼ ਅ ਮਾਸ ਆਫ ਸਬਸਟੈਂਸ ਵਿਚ ਕੰਟੇਨਸ, a mole is a mass of substance which contain same number of particles as in 12 gram of isotope of carbon। ਮਤਲਬ 1 ਮੋਲ ਦੇ ਵਿੱਚ ਉਨੇ ਪਾਰਟੀਕਲ ਹੋਣਗੇ ਜਿੰਨੇ ਪਾਰਟੀਕਲ 12 ਗ੍ਰਾਮ ਆਫ ਆਈਸੋਟੋਪ ਕਾਰਬਨ 12 ਦੇ ਵਿੱਚ ਹੋਣਗੇ। ਠੀਕ ਹੈ, 12 ਗ੍ਰਾਮ ਆਫ ਆਈਸੋਟੋਪ 12 ਦੇ ਵਿੱਚ ਕਿੰਨੇ ਹੁੰਦੇ ਆ, 6.022 ਇੰਟੂ 10 ਰੇਜ਼ ਟੂ ਪਾਵਰ 23। ਠੀਕ ਹੈ, 1 ਮੋਲ ਦੇ ਵਿੱਚ ਉਨੇ ਹੀ ਪਾਰਟੀਕਲ ਹੋਣਗੇ ਜਿੰਨੇ ਪਾਰਟੀਕਲ 12 ਗ੍ਰਾਮ ਆਫ ਆਈਸੋਟੋਪ ਕਾਰਬਨ 12 ਦੇ ਵਿੱਚ ਹੁੰਦੇ ਆ। 12 ਗ੍ਰਾਮ ਆਫ ਕਾਰਬਨ ਦੇ ਵਿੱਚ ਕਿੰਨੇ ਹੁੰਦੇ ਆ, 6.022 ਇੰਟੂ 10 ਰੇਜ਼ ਟੂ ਪਾਵਰ 23 ਪਾਰਟੀਕਲਸ। ਅਗਰ ਮੈਂ ਤੁਹਾਨੂੰ ਬੋਲ ਰਿਹਾ ਪਾਰਟੀਕਲ ਮਤਲਬ ਐਟਮ ਵੀ ਹੋ ਸਕਦੇ ਹੈ, ਆਇਨਸ ਵੀ ਹੋ ਸਕਦੇ ਆ ਤੇ ਮੋਲੀਕਿਊਲਸ ਵੀ ਹੋ ਸਕਦੇ ਆ। ਠੀਕ ਹੈ, ਅਗਰ 1 ਕਾਰਬਨ ਲਾਉਂਗਾ ਤਾਂ ਮੈਂ ਕੀ ਬੋਲ ਦੂੰਗਾ ਐਟਮਸ। ਠੀਕ ਹੈ, ਜੋ ਨੰਬਰ ਹੈ ਇਸ ਨੂੰ ਆਪਾਂ ਕੀ ਬੋਲਦੇ ਆ ਐਵੋਗੈਡਰੋ ਨੰਬਰ। ਇਹ ਵੀ ਚੀਜ਼ ਪ੍ਰੂਫ ਕਰਾਂਗੇ ਆਪਾਂ ਕਿ ਇਹ ਵਾਲੀ ਵੈਲਿਊ ਕਿ 12 ਗ੍ਰਾਮ ਆਫ ਕਾਰਬਨ ਕਿਵੇਂ ਇਕੁਅਲ ਆਇਆ 6.02 ਇੰਟੂ 10 ਰੇਜ਼ ਟੂ ਪਾਵਰ 23 ਦੇ। ਇਹ ਲਾਸਟ ਦੇ ਵਿੱਚ ਪ੍ਰੂਫ ਕਰਾਂਗੇ ਆਪਾਂ। ਠੀਕ ਹੈ, ਹੁਣ ਜਿਹੜਾ 1 ਮੋਲ ਹੈ ਨਾ ਇਹ ਨਾ ਕਾਫੀ ਚੀਜ਼ਾਂ ਦੇ ਇਕੁਅਲ ਹੁੰਦਾ ਹੈ। ਜਿਹੜਾ 1 ਮੋਲ ਹੈ ਇਹ ਕਾਫੀ ਸਾਰੀ ਚੀਜ਼ਾਂ ਦੇ ਇਕੁਅਲ ਹੈ। 1 ਮੋਲ ਕਿਸ ਚੀਜ਼ ਦੇ ਇਕੁਅਲ ਹੈ, ਧਿਆਨ ਨਾਲ ਦੇਖਿਓ। 1 ਮੋਲ ਇਜ਼ ਇਕੁਅਲ ਟੂ ਇਨ ਦਾ ਟਰਮਸ ਆਫ ਪਾਰਟੀਕਲ। ਅਗਰ ਪਾਰਟੀਕਲ ਦੀ ਟਰਮ 'ਚ ਗੱਲ ਕਰਾਂ ਤਾਂ 1 ਮੋਲ ਇਕੁਅਲ ਹੁੰਦਾ ਹੈ 6.022 ਇੰਟੂ 10 ਰੇਜ਼ ਟੂ ਪਾਵਰ 23 ਪਾਰਟੀਕਲ ਦੇ। ਠੀਕ ਹੈ, ਅਗਰ ਮੈਂ ਗੱਲ ਕਰਾਂ ਇਨ ਟਰਮਸ ਆਫ ਵੋਲੀਅਮ, ਅਗਰ ਕਿਸ ਟਰਮ 'ਚ ਗੱਲ ਕਰ ਰਿਹਾ ਮੈਂ ਵੋਲੀਅਮ ਦੀ ਟਰਮ ਦੇ ਵਿੱਚ ਤਾਂ 1 ਮੋਲ ਬਰਾਬਰ ਹੁੰਦਾ ਹੈ 22.4 ਲੀਟਰ ਆਫ ਗੈਸ ਐਟ STP। STP ਕੀ ਹੁੰਦਾ, ਸਟੈਂਡਰਡ ਟੈਂਪਰੇਚਰ ਐਂਡ ਪ੍ਰੈਸ਼ਰ। ਸਟੈਂਡਰਡ ਟੈਂਪਰੇਚਰ ਕਿੰਨਾ ਮੰਨਦੇ ਆਪਾਂ 0 ਡਿਗਰੀ ਸੈਲਸੀਅਸ ਤੇ
ਪ੍ਰੈਸ਼ਰ ਕਿੰਨਾ ਆਪਣੇ ਕੋਲੇ 1 ਬਾਰ। ਠੀਕ ਹੈ, ਇਹ ਆਪਣੇ ਕੋਲ ਕੀ ਹੈ STP। ਹੁਣ 1 ਮੋਲ ਇੰਨੇ ਪਾਰਟੀਕਲ ਦੇ ਬਰਾਬਰ ਵੀ ਹੈ, 1 ਮੋਲ 22.4 ਲੀਟਰ ਆਫ ਗੈਸ ਦੇ ਬਰਾਬਰ ਵੀ ਹੈ। ਤਾਂ ਆਪਾਂ ਸਿੰਪਲੀ ਇਹ ਵੀ ਬੋਲ ਸਕਦੇ ਹਾਂ ਕਿ 22.4 ਲੀਟਰ ਗੈਸ ਦੇ ਵਿੱਚ ਕਿੰਨੇ ਪਾਰਟੀਕਲ ਹੁੰਦੇ ਹੈ 6.022 ਇੰਟੂ 10⁻23 ਪਾਰਟੀਕਲਸ। ठीक है, अगर मोलिक्यूल है तो मोलिक्यूल्स होंगे, अगर एटम है तो एटम होंगे। हुण देखो फर्स्ट चीज़ तो यह होगी, सैकेंड होर भी 3 चीज़ों के बराबर होंगे 1 मोल। होर 1 मोल किस चीज़ के बराबर है 1 मोल इज ऑल्सो इक्वल टू ग्राम एटॉमिक मास। ठीक है, 1 मोल किस चीज़ के बराबर है किसी भी एटम के ग्राम एटॉमिक मास के बराबर भी होंगे। 1 मोल किस के बराबर है किसी भी एटम के ग्राम एटॉमिक मास के बराबर भी होंगे। अगर मैं तुहानू कहा कि मेरे को 1 मोल ऑक्सीजन एटम है, 1 मोल ऑक्सीजन एटम है तो इसका वेट दसो। तो 1 मोल ऑक्सीजन एटम का वेट कितना होंदा है 1 मोल ऑक्सीजन एटम का वेट कितना होगा 16 ग्राम। तुम दस के हटा ना 1 मोल किस बराबर होंदा ग्राम एटॉमिक मास दे। अगर मैं तुहानू कहा कि मेरे को 1 मोल कार्बन एटम है, 1 मोल की है कार्बन एटम, इसका मतलब मेरे को कितने कार्बन एटम ने 1 मोल कार्बन एटम का वेट कितना है 12 ग्राम। ठीक है, मतलब 6.022 इंटू 10⁻23 पार्टिकल का वेट कितना है ऑक्सीजन के 16 ग्राम। एवं 6.022 इंटू 10⁻23 एटम का वेट कितना है मास कितना है 12 ग्राम। ठीक है, अगर मैं तुहानू कहा मेरे को की है 1 मोल कैल्शियम एटम्स ने तो इसका मास दसो। तो 1 मोल कैल्शियम एटम का मास किस इक्वल होगा उसके ग्राम एटॉमिक मास दे, डैट इज़ 40 ग्राम। ठीक है, पता लग गया कि 1 मोल किसी भी एटम के ग्राम एटॉमिक मास के भी की होंदा है इक्वल होंदा है। होर किस दी इक्वल होंदा है ग्राम मोलिकुलर मास के भी इक्वल होंदा है। 1 मोल ग्राम एटॉमिक मास के बराबर भी है, 1 मोल ग्राम मोलिकुलर मास के बराबर भी है। अगर मैं तुहानू कहा कि मेरे को की है 1 मोल CO2 है तो मेरे को किन्ने ग्राम CO2 है कार्ब तो इसका की कड्डूंगा मैं मोलिकुलर मास। कार्बन का कितना 12, ऑक्सीजन का 16 इंटू 2 तो टोटल कितना आ गया 44 ग्राम। तो 1 मोल CO2 का अपने को मास कितना है 44 ग्राम, मतलब 44 ग्राम। अगर मैं तुहानू कहा मेरे को 1 मोल वाटर है कि मेरे को 1 मोल की है वाटर, हाइड्रोजन का एटॉमिक मास कितना होंदा है 1 इंटू 2, ऑक्सीजन का कितना होंदा है 16, तो टोटल कितना आ गया 18 ग्राम। टोटल अपने को कितना आ गया 18 ग्राम। तो 1 मोल किसी के ग्राम एटॉमिक मास से इक्वल भी है तो 1 मोल किसी भी मोलीक्यूल के ग्राम मोलीकुलर मास से भी इक्वल है। ठीक है, इन्ना समझ आया। अगर मैं तुहानू हुण 1 मोल 22.4 लीटर गैस के इक्वल है, 1 मोल एवोगैड्रो नंबर ऑफ पार्टिकल के इक्वल है, 1 मोल ग्राम एटॉमिक मास के इक्वल भी है, तो 1 मोल ग्राम मोलिकुलर मास के इक्वल भी है। ठीक है, तो 1 मोल लास्ट चीज़ बच गई जो लास्ट आर्टिकल आप किया कि 1 मोल और किस इक्वल है उसके ग्राम फॉर्मूला मास से, किस इक्वल है उसके ग्राम फॉर्मूला मास से। ठीक है, हुण ग्राम फॉर्मूला मास किस वास्ते यूज़ करते हैं आपां तुहानूं दस्सिया सी लास्ट लैक्चर दे विच आइन्स दे लई जो कोई आइनिक सॉलिड हुंदा है तो आपां की यूज़ करते हैं फॉर्मूला मास। अगर मैं तुहानूं बोला कि मेरे को 1 मोल NaCl है, 1 मोल की है NaCl तो इसका मास कितना है 58.5 ग्राम ऑफ NaCl फॉर्मूला यूनिट्स, मतलब 58.5 ग्राम ऑफ NaCl दे विच किन्ने पार्टिकल होंगे 6.022 इंटू 10⁻23 पार्टिकल्स होंगे, या 58.5 ग्राम दे विच ही 6.022 इंटू 10⁻23 की होंगे पार्टिकल्स। अगर नंबर ऑफ फॉर्मूला आइंस पूछिया हो तो सिंपली 2 नाल की कर देंगे आपां मल्टीप्लाई।
ਸਿੰਪਲੀ 2 ਨਾਲ ਕੀ ਕਰ ਦਾਂਗੇ ਮਲਟੀਪਲਾਈ Na ਪੋਜ਼ਿਟਿਵ ਐਂਡ Cl ਨੈਗੇਟਿਵ। ਹੁਣ ਆਇਨਸ ਕੀ ਨੇ 2 ਨੇ ਨਾ, ਤਾਂ ਨੰਬਰ ਆਫ ਐਟਮਸ ਕੀ ਹੋ ਗਏ, ਇਹ ਤਾਂ ਇੱਕ ਫਾਰਮੂਲਾ ਯੂਨਿਟ ਸੀਗੀਆਂ ਤੇ ਆਪਣੇ ਕੋਲ ਕੀ ਆ ਗਈਆਂ ਇਹ ਨੰਬਰ ਆਫ ਆਇਨਸ। ठीक है, 1 मोल किसी दे भी ग्राम एटॉमिक मास के बराबर भी है, 1 मोल ग्राम मोलिकुलर मास के बराबर भी है, 1 मोल ग्राम फॉर्मूला मास के बराबर भी, 1 मोल एवोगैड्रो नंबर ऑफ पार्टिकल बराबर भी है, 1 मोल 22.4 लीटर ऑफ गैस के बराबर भी है एट STP। ठीक है, देखो ये पिक्चर दिखाई हुई है, ये 1 मोल में आप लिख सकते हैं 22.4 लीटर ऑफ वॉल्यूम ऑफ गैस एट STP। 1 मोल किस दे बराबर है 22.4 लीटर ऑफ गैस एट STP। तो 1 मोल होर किस दे इक्वल है इंटू एवोगैड्रो नंबर ऑफ पार्टिकल दे। तो 1 मोल किसी दे भी मोलर मास दे इक्वल भी है, 1 मोल किसी दे भी मोलर मास दे, एटॉमिक मास दे या फॉर्मूला मास दे भी इक्वल है। तुहानूं दस के हटिया 1 मोल 5 चीज़ों के इक्वल हुंदा है, वॉल्यूम दे, नंबर ऑफ पार्टिकल दे ते मास दे। मास 3 चीज़ां ने, एटॉमिक मास, मोलिकुलर मास ते ग्राम फॉर्मूला मास। ठीक है, अगेन सेम पिक्चर। ठीक है, STP बारे दस्या हुआ है, STP स्टैंडर्ड टैंपरेचर एंड प्रेशर। ठीक है, STP की हुंदा अपने को लास्ट तो मैं गलत दस गया सी, स्टैंडर्ड टैंपरेचर कितना 0 डिग्री सैल्सीयस तो प्रेशर कितना होगा 1 ATM। अप्रोक्सीमेटली 1 ATM के 1 बार अप्रोक्सीमेटली इक्वल ही होंगे। ठीक है, इन्ना का अपन समझ आ गया। हुण देखो अगर मैं तुहानूं कहां कि तुसीं नंबर ऑफ मोल्स फाइंड आउट करने हैं, कि तुसीं की फाइंड आउट करने हैं नंबर ऑफ मोल्स। हुण नंबर ऑफ मोल किवें कढदे आं आपां, नंबर ऑफ मोल कढण दा तरीका है गिवन मास बाय मोलिकुलर मास। एक तरीका तो यह है तुहानूं गिवन मास दिता होगा, उस दे मोलिकुलर मास नाल डिवाइड कर दो, तुहाडे कोल की आ जाणगे नंबर ऑफ मोल्स। ये पहला तरीका। दूजा तरीका की है नंबर ऑफ मोल कड्ढण दा, गिवन पार्टिकल्स जो तुहानूं पार्टिकल्स गिवन होणगे डिवाइडेड बाय गिवन पार्टिकल्स डिवाइडेड बाय एवोगैड्रो नंबर, तुहाडे कोल की आ जाणगे नंबर ऑफ मोल्स। ये अपने कोल की है दूसरा तरीका। तीसरा तरीका की है नंबर ऑफ मोल कड्ढण दा। नंबर ऑफ मोल आपां कड्ढदे हां अगर आपां तुहानूं गिवन वॉल्यूम नूं डिवाइड कर दिए 22.4 लीटर दे नाल, तो अपने कोल की आ जाएंगे नंबर ऑफ मोल्स आ जाएंगे। तो इस तरीके नाल की कट सकते हैं आप नंबर ऑफ मोल्स। पहला तरीका की है गिवन मास में डिवाइड करो मोलिकुलर मास नाल। दूसरा तरीका की गिवन पार्टिकल में डिवाइड करो नंबर ऑफ एवोगैड्रो नंबर के नाल। तीसरा तरीका की है कि गिवन वॉल्यूम डिवाइड करो 22.4 लीटर के नाल, तो अपने कोल की आ जाएंगे नंबर ऑफ मोल्स आ जाएंगे। आप एक एग्जाम्पल ना समझते हैं इसनूं। हुण देखो ये न्यूमेरिकल दिता होया तुहानूं, कहने कैलकुलेट द नंबर ऑफ मोल्स ऑफ एलूमीनियम एटम गिवन। हुण तुहानूं दस्सिया फॉर्मूला की है नंबर ऑफ मोल कड्ढण दा, गिवन पार्टिकल्स डिवाइडेड बाय एवोगैड्रो नंबर। गिवन पार्टिकल किन्ने है 1.2 इंटू 10⁻⁻, क्लीयर नहीं दिख रहा, आप 23 मान लें कि गिवन पार्टिकल्स किन्ने 1.2 इंटू 10⁻23 तो एवोगैड्रो नंबर किन्ने होंगे 6.022 इंटू 10⁻23 डिवाइड कर देंगे, तो अपने को की आ जाऊगा नंबर ऑफ मोल्स। अगर मैं तुहानूं बोला कि मेरे को 44 ग्राम ऑफ CO2 है, कितनी CO2 है 44 ग्राम ऑफ CO2, तो तुहानूं पूछा कि नंबर ऑफ मोल किन्ने है। नंबर ऑफ मोल किवें कढदे हैं, गिवन मास बाय मोलिकुलर मास। गिवन मास किन्ना है 44, मोलिकुलर मास किन्ना होंदा CO2 का, कैलकुलेट कर लांगे 12 प्लस 16 इंटू 2, 12 कार्बन का 16 इंटू 2, तो ये भी कितना आ गया 44, तो नंबर ऑफ मोल्स किन्ने आ गए अपने को 1। अगर मैं तुहानूं कहा कि मेरे कोल 320 ग्राम ऑफ ऑक्सीजन है, कि 320 ग्राम मेरे को की है ऑक्सीजन है, तो नंबर ऑफ मोल्स फाइंड आउट करो। तो नंबर ऑफ मोल किवें कड्डांगे, गिवन मास बाय मोलर मास। गिवन मास कितना है 320, मोलर मास कितना होंदा है 32, 16 एक ऑक्सीजन का मल्टीप्लाई बाय 2 को कितना आ जाऊगा अपने को 32, तो नंबर ऑफ मोल्स किन्ने आ गए 10। ठीक है, इस तरीके नाल की पता कर सकते हैं नंबर ऑफ मोल्स। अगर मैं तुहानूं बोला कि मेरे कोल
2.24 लीटर अमोनीਆ गैस है कि 2.24 लीटर की अमोनीਆ गैस है। तो नंबर ऑफ मोल्स फाइंड आउट करने हैं। तो नंबर ऑफ मोल किवें फाइंड आउट करांगे आपां, गिवन वॉल्यूम डिवाइडेड बाय 22.4 लीटर। वॉल्यूम कितना 2.24 डिवाइडेड बाय 22.4, तो अपने को नंबर ऑफ मोल्स किन्ने आ गए 0.1। हुण तो नंबर ऑफ मोल्स कड्ढने तीनों फॉर्मूले लिखवाते मैं। मोल कंसैप्ट काफ़ी इंपॉर्टेंट है, ਤੁਹਾਨੂੰ ਹਾਈਅਰ ਕਲਾਸਿਸ ਦੇ ਵਿੱਚ +2 ਦੇ ਵਿੱਚ ਤੁਹਾਨੂੰ ਤਾਂ ਹੀ ਸਮਝ ਆਊਗਾ ਅਗਰ ਮੋਲ ਕਨਸੈਪਟ ਚੰਗੀ ਤਰ੍ਹਾਂ ਆਉਂਦਾ ਹੋਵੇ। ਤਾਂ ਇਸ ਵੀਡੀਓ ਨੂੰ ਅਗਰ ਕਿਸ ਨੂੰ ਘੱਟ ਸਮਝ ਵੀ ਆ ਰਿਹਾ ਹੋਊਗਾ ਤਾਂ ਵੀਡੀਓਜ਼ ਨੂੰ ਰਿਪੀਟ ਕਰਕੇ ਦੁਬਾਰਾ ਦੇਖ ਲਿਓ। ਠੀਕ ਹੈ, ਹੁਣ ਤੁਹਾਨੂੰ ਦੱਸਣ ਜਾ ਰਿਹਾ ਮੈਂ ਕਿ STP ਤੇ NTP ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ। ਤਾਂ ਦੇਖੋ STP ਕੀ ਹੁੰਦਾ ਹੈ, ਸਟੈਂਡਰਡ ਟੈਂਪਰੇਚਰ ਪ੍ਰੈਸ਼ਰ, ਤੇ NTP ਕੀ ਹੁੰਦਾ ਹੈ, ਨੈਚੁਰਲ ਜਾਂ ਨੋਰਮਲ ਟੈਂਪਰੇਚਰ ਪ੍ਰੈਸ਼ਰ। ਟੈਂਪਰੇਚਰ ਵੀ ਕਿੰਨਾ ਲੈਣਾ ਆਪਾਂ 0 ਡਿਗਰੀ ਸੈਲਸੀਅਸ, ਤੇ NTP 25 ਡਿਗਰੀ ਸੈਲਸੀਅਸ। ਪ੍ਰੈਸ਼ਰ 1 ATM, ਪ੍ਰੈਸ਼ਰ 1 ATM, ਉਹਦੇ 1 ਬਾਰ ਵੀ ਲਿਖ ਸਕਦੇ ਹਾਂ ਆਪਾਂ। ਵੋਲੀਅਮ 22.4 ਲੀਟਰ, ਇੱਧਰ ਵੋਲੀਅਮ ਕਿੰਨਾ ਹੈ 24.5 ਲੀਟਰ। ਕਲੀਅਰ। ਹੁਣ ਤੁਹਾਨੂੰ ਲਾਸਟ ਸਟਾਰਟਿੰਗ ਵਿੱਚ ਦੱਸਿਆ ਸੀ ਕਿ ਆਪਾਂ ਪ੍ਰੂਫ ਕਰਾਂਗੇ ਕਿ ਜਿਹੜਾ ਅਮਾਊਂਟ ਆਫ ਸਬਸਟਾਂਸ ਹੈ, ਕਿਸੇ ਵੀ ਗੈਸ ਦਾ ਅਮਾਊਂਟ ਆਫ ਸਬਸਟਾਂਸ ਜਾਂ ਕਿਸੇ ਵੀ ਪਾਰਟੀਕਲ ਦਾ ਅਮਾਊਂਟ ਆਫ ਸਬਸਟਾਂਸ, ਉਸ ਦੇ ਵਿੱਚ ਉਨੇ ਹੀ ਪਾਰਟੀਕਲ ਹੋਣਗੇ ਜਿੰਨੇ ਪਾਰਟੀਕਲ ਕਿਸ ਦੇ ਅੰਦਰ ਹੋਣਗੇ, ਸੇਮ ਪਾਰਟੀਕਲਸ ਇਨ ਕਾਰਬਨ 12 ਆਈਸੋਟੋਪ। ਹੁਣ ਆਪਾਂ ਉਹ ਚੀਜ਼ ਪ੍ਰੂਫ ਕਰਨ ਜਾ ਰਹੇ ਹਾਂ। ਹੁਣ ਦੇਖੋ ਆਪਾਂ ਨੂੰ ਪਤਾ ਹੈ ਇੱਕ ਕਾਰਬਨ ਐਟਮ ਦਾ ਮਾਸ ਕਿੰਨਾ ਹੁੰਦਾ ਹੈ। ਲਾਸਟ ਟਾਈਮ ਮੈਂ ਤੁਹਾਨੂੰ ਦੱਸਿਆ ਸੀ ਇੱਕ ਕਾਰਬਨ ਐਟਮ ਦਾ ਮਾਸ ਹੁੰਦਾ ਹੈ 1.99 into 10⁻⁻23 ਗ੍ਰਾਮ। ਇੱਕ ਕਾਰਬਨ ਐਟਮ ਦਾ ਮਾਸ ਅਪਰੋਕਸੀਮੇਟਲੀ ਇੰਨਾ ਹੁੰਦਾ ਹੈ। ਠੀਕ ਹੈ, ਤੇ ਇੱਕ ਮੋਲ 1 ਮੋਲ ਆਫ ਕਾਰਬਨ ਦਾ ਕਿੰਨਾ ਹੁੰਦਾ, ਹੁਣ ਦੱਸ ਕੇ ਹਟਿਆ ਕਿ 1 ਮੋਲ ਕਿਸ ਦੇ ਇਕੁਅਲ ਹੈ, ਇਸਦੇ ਗ੍ਰਾਮ ਅਟੋਮਿਕ ਮਾਸ ਦੇ। 1 ਮੋਲ ਕਾਰਬਨ ਦਾ ਕਿੰਨਾ ਆਊਗਾ 12 ਗ੍ਰਾਮ। 1 ਮੋਲ ਕਾਰਬਨ ਦਾ ਆਪਣੇ ਕੋਲ ਕਿੰਨਾ ਆਊਗਾ 12 ਗ੍ਰਾਮ। ਠੀਕ ਹੈ, ਅਗਰ ਮੈਂ ਤੁਹਾਨੂੰ ਪੁੱਛਿਆ ਜੀ ਨੰਬਰ ਆਫ ਐਟਮ ਕਿੰਨੇ ਹੈ, ਅਗਰ ਤੁਹਾਨੂੰ ਪੁੱਛਾਂ ਮੈਂ ਨੰਬਰ ਆਫ ਐਟਮ ਕਿੰਨੇ ਹੈ, 12 ਗ੍ਰਾਮ ਦੇ ਵਿੱਚ 1 ਮੋਲ ਹੈ। 12 ਗ੍ਰਾਮ ਦੇ ਵਿੱਚ ਕੀ ਹੈ 1 ਮੋਲ, ਤੇ 1.99 into 10⁻⁻23 ਗ੍ਰਾਮ 'ਚ ਕਿੰਨੇ ਐਟਮ ਨੇ, 1 ਕਾਰਬਨ ਐਟਮ। ਅਗਰ ਨੰਬਰ ਆਫ ਐਟਮ ਆਪਾਂ ਕੱਢਣੇ ਹੈ, ਅਗਰ ਕੀ ਕੱਢਣੇ ਆ ਆਪਾਂ ਨੰਬਰ ਆਫ ਐਟਮ ਕੱਢਣੇ ਹੈ ਕਿ 1 ਮੋਲ 'ਚ ਕਿੰਨੇ ਨੰਬਰ ਆਫ ਐਟਮ ਹੁੰਦੇ ਹੈ, ਤਾਂ ਆਪਾਂ ਕੀ ਕਰਾਂਗੇ 12 ਗ੍ਰਾਮ ਪਰ ਮੋਲ ਨੂੰ 12 ਗ੍ਰਾਮ ਪਰ ਮੋਲ ਨੂੰ ਡਿਵਾਈਡ ਕਰ ਦਾਂਗੇ 1.99 into 10⁻⁻23 ਦੇ ਨਾਲ। ਅਗਰ ਇਸ ਨੂੰ ਡਿਵਾਈਡ ਕੀਤਾ ਉਰੇ ਕੀ ਲਿਖਦਾ ਨਾਲ ਆਪਾਂ ਐਟਮਸ ਪਰ ਐਟਮਸ। ਠੀਕ ਹੈ, ਤਾਂ ਅਗਰ ਇਹਨੂੰ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਊਗਾ 6.022 into 10⁻23 ਐਟਮਸ ਪਰ ਮੋਲ। ਦੇਖੋ ਦੁਬਾਰਾ ਦੇਖੋ ਧਿਆਨ ਦੇ ਨਾਲ, ਆਪਾਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ ਜਿਹੜਾ ਕਾਰਬਨ ਆਈਸੋਟੋਪ ਹੈ, ਕਾਰਬਨ ਆਈਸੋਟੋਪ ਮਤਲਬ ਕਾਰਬਨ 12, ਜਿੰਨੇ ਪਾਰਟੀਕਲਸ 12 ਗ੍ਰਾਮ ਆਫ ਕਾਰਬਨ 12 ਆਈਸੋਟੋਪ ਦੇ ਵਿੱਚ ਹੁੰਦੇ ਹੈ ਉਨੇ ਹੀ ਅਮਾਊਂਟ ਆਫ ਸਬਸਟਾਂਸ ਹੈ। ਠੀਕ ਹੈ, ਇਹ ਮੋਲ ਇਜ਼ ਡਿਫਾਈਨਡ ਐਸ ਅਮਾਊਂਟ ਆਫ ਸਬਸਟਾਂਸ ਵਿਚ ਕੰਟੇਨਸ as many elementary particles, मतलब atoms या molecules that are exactly present in carbon 12 isotope, ਜਿਹੜੇ ਕਿਸ ਦੇ ਵਿੱਚ ਹੋਣਗੇ ਕਾਰਬਨ 12 ਆਈਸੋਟੋਪ ਦੇ ਵਿੱਚ। ਆਪਾਂ ਨੂੰ ਇੱਕ ਕਾਰਬਨ ਐਟਮ ਦਾ ਮਾਸ ਪਤਾ ਇੰਨਾ ਹੁੰਦਾ, 1 ਮੋਲ ਕਾਰਬਨ ਦੱਸਿਆ, 1 ਮੋਲ ਕਿਸ ਦੇ ਇਕੁਅਲ ਹੋਊਗਾ ਗ੍ਰਾਮ ਅਟੋਮਿਕ ਮਾਸ ਦੇ। ਤਾਂ ਨੰਬਰ ਆਫ ਐਟਮ ਕਿਵੇਂ ਕੱਢਾਂਗੇ ਆਪਾਂ, ਟੋਟਲ ਮਾਸ ਨੂੰ ਡਿਵਾਈਡ ਕਰਤਾ 1 ਦੇ ਮਾਸ ਦੇ ਨਾਲ। ਟੋਟਲ ਮਾਸ ਨੂੰ ਕਿਵੇਂ ਡਿਵਾਈਡ ਕਰਤਾ ਮੈਂ 1 ਦੇ ਮਾਸ ਦੇ ਨਾਲ, ਤਾਂ ਮੇਰੇ ਕੋਲ ਕੀ ਆ ਗਿਆ ਨੰਬਰ ਆਫ ਐਟਮ। ਆਪਾਂ ਐਗਜ਼ਾਮਪਲ ਨਾਲ ਸਮਝਦੇ ਹਾਂ। ਤੁਸੀਂ ਬਾਜ਼ਾਰ ਦੇ ਵਿੱਚ ਐਪਲ ਪਰਚੇਸ ਕੀਤੇ, ਠੀਕ ਹੈ, ਤੁਹਾਡੇ ਕੋਲ ਐਪਲ ਪਰਚੇਸ ਕੀਤੇ 1 kg। ਕਿੰਨੇ ਐਪਲ ਪਰਚੇਸ ਕੀਤੇ ਤੁਸੀਂ 1 kg। ਇੱਕ ਐਪਲ ਦਾ ਵੇਟ ਹੈ 100 ਗ੍ਰਾਮ। ਇੱਕ ਐਪਲ ਦਾ ਵੇਟ ਕਿੰਨਾ ਹੈ 100 ਗ੍ਰਾਮ। ਤਾਂ ਤੁਸੀਂ ਕਿੰਨੇ ਐਪਲ ਪਰਚੇਸ ਕੀਤੇ, ਤਾਂ ਤੁਸੀਂ ਕੀ ਕਰੋਗੇ ਟੋਟਲ ਮਾਸ ਨੂੰ
ਇੱਕ ਦੇ ਮਾਸ ਨਾਲ ਕੀ ਕਰ ਦੋਗੇ ਡਿਵਾਈਡ, ਤਾਂ ਤੁਹਾਡੇ ਕੋਲ ਕੀ ਆ ਜਾਣਗੇ ਨੰਬਰ ਆਫ ਐਪਲਸ। ਔਰ ਵੀ ਸਿਮਿਲਰਲੀ ਆਪਾਂ ਕੀਤਾ ਜਿਹੜਾ ਆਪਣੇ ਕੋਲ 1 ਮੋਲ ਦਾ ਮਾਸ ਸੀ ਉਸ ਨੂੰ ਇੱਕ ਐਟਮ ਦੇ ਮਾਸ ਨਾਲ ਕੀ ਕਰਤਾ ਡਿਵਾਈਡ ਕਰਤਾ, ਤਾਂ ਆਪਣੇ ਕੋਲ ਕੀ ਆ ਗਿਆ ਨੰਬਰ ਆਫ ਐਟਮਸ ਆ ਗਏ। ਮੋਲ ਕੰਸੈਪਟ ਨੂੰ ਧਿਆਨ ਨਾਲ ਸਮਝਿਓ, ਇਸ ਦੇ ਰਿਲੇਟਡ ਨੂਮੈਰੀਕਲ ਵੀ ਕਰਨੇ ਹੈ। ਅਗਰ ਕਿਸ ਨੂੰ ਕੋਈ ਦਿੱਕਤ ਹੈ ਤਾਂ ਮੈਨੂੰ ਈਮੇਲ ਜਾਂ ਵਟਸਐਪ ਕਰ ਸਕਦੇ ਹੋ। ਥੈਂਕ ਯੂ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ।